ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰਖੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਲਗਾਤਾਰ ਪੰਜਾਬ ਦੇ ਵਿੱਚ ਬੇਸ਼ੱਕ 2017 ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾਂ ਮੌਜੂਦਾ ਆਉਣ ਵਾਲੀਆਂ 2022 ਦੀਆਂ ਚੋਣਾਂ ਹੋਣ, ਇਸ ਸਮੇਂ ਦੇ ਦਰਮਿਆਨ ਇੱਕ ਮਸਲਾ ਬੜਾ ਗੰਭੀਰ ਹੈ। ਉਹ ਮਸਲਾ ਹੈ ਪੰਜਾਬ ਦੇ ਵਿੱਚ ਨਸ਼ੇ ਦੇ ਲਗਾਤਾਰ ਵੱਧ ਰਹੇ ਦਲਦਲ ਦਾ। ਇਸ ਨਸ਼ੇ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਕਈ ਵਾਰ ਅਜਿਹੇ ਬਿਆਨ ਆਏ ਨੇ ਜਿਨ੍ਹਾਂ ਦੇ ਵਿੱਚੋਂ ਆਖਦੇ ਨੇ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਲੱਕ ਤੋੜ ਦਿੱਤਾ ਹੈ। ਪਰ ਇਹ ਦਾਅਵੇ ਕਿੰਨੇ ਕੁ ਸਹੀ ਸਾਬਤ ਹੁੰਦੇ ਨੇ, ਇਸ ਗੱਲ ਦੀ ਪੋਲ ਇਹਨਾਂ ਦੇ ਖੁਦ ਦੇ ਹੀ ਸਾਬਕਾ ਮੰਤਰੀ ਰਾਣਾ ਗੁਰਜੀਤ ਖੋਲ ਰਹੇ ਨੇ। ਰਾਣਾ ਗੁਰਜੀਤ ਦੇ ਵੱਲੋਂ ਬੀਤੇ ਦਿਨਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਉਹਨਾਂ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਲਗਾਤਾਰ ਨਸ਼ਾ ਵਿਕ ਰਿਹਾ ਹੈ ਤੇ ਉਸ ਨੂੰ ਰੋਕਣ ਦੇ ਲਈ ਉਹਨਾਂ ਦੇ ਵੱਲੋਂ ਕਈ ਵੱਡੇ ਪੁਲਿਸ ਅਫਸਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ, ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਇਸ ਕਰਕੇ ਇਹ ਬੜੀ ਦੁੱਖ ਦੀ ਗੱਲ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਉਹਨਾਂ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਨਸ਼ੇ ਦੇ ਉੱਤੇ ਕੋਈ ਠੱਲ ਨਹੀਂ ਪੈ ਰਹੀ। ਅਜਿਹੇ ਬਿਆਨਾਂ ਨੇ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਇਸ ਦੇ ਉੱਤੇ ਜ਼ਿਆਦਾ ਜਾਣਕਾਰੀ ਦੇ ਲਈ ਚੱਲਦਿਆਂ ਸੁਰਿੰਦਰ ਡੱਲਾ ਹੋਣਾ ਦੇ ਕੋਲ। ਡੱਲਾ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ ਆਪਣੀ ਹੀ ਸਰਕਾਰ ਦੇ ਵਿੱਚ ਹੁਣ ਐਮਐਲਏ ਇਹ ਉਹ ਗੱਲਾਂ ਸੱਚ ਹੋਣ ਲੱਗੀਆਂ ਨੇ ਜੋ ਬੀਤੇ ਦਿਨਾਂ ਦੇ ਵਿੱਚ ਬਾਕੀ ਵਿਧਾਇਕ ਕਹਿ ਰਹੇ ਸੀ ਕਿ ਸਾਡੀਆਂ ਪੁਲਿਸ ਅਫਸਰ ਨਹੀਂ ਸੁਣਦੇ, ਸਾਡੇ ਸਮੇਂ ਦੇ ਵਿੱਚ ਬਾਦਲ ਸਰਕਾਰ ਦੇ ਸਮੇਂ ਦੇ ਲੋਕਾਂ ਦੀ ਵੱਧ ਸੁਣੀ ਜਾਂਦੀ ਹੈ। ਕੀ ਲੱਗਦਾ ਹੈ ਇਹ ਵੀ ਉੱਧਰ ਹੀ ਕਿਤੇ ਨਾ ਕਿਤੇ ਇਸ਼ਾਰੇ ਜਿਹੜੇ ਹੋ ਰਹੇ ਨੇ ਕਿ ਸਾਡੀ ਸੁਣੀ ਨਹੀਂ ਜਾ ਰਹੀ, ਨਸ਼ਿਆਂ ਦੇ ਉੱਤੇ ਕਾਰਵਾਈ ਨਹੀਂ ਹੋ ਰਹੀ? ਕਿੱਦਾਂ ਵੇਖ ਰਹੇ ਹੋ ਇਸ ਬਿਆਨ ਨੂੰ? ਦੇਖੋ, ਕਈ ਵਿਧਾਇਕ ਨੇ ਇੱਕ ਇੱਕ ਕਰਕੇ ਕਾਂਗਰਸ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਜਿਹੜੇ ਪੂਰੇ ਨਹੀਂ ਹੋਏ ਉਹਦੇ ਤੇ ਆਪਣੀ ਗੱਲ ਰੱਖ ਰਹੇ ਨੇ। ਸੁਖਜਿੰਦਰ ਰੰਧਾਵਾ ਨੇ ਬਰਗਾੜੀ ਤੇ ਕੋਟਕਪੁਰਾ ਤੇ ਆਪਣੀ ਗੱਲ ਰੱਖੀ ਕਿ ਅਸੀਂ ਕੀ ਜਵਾਬ ਦੇਵਾਂਗੇ ਲੋਕਾਂ ਨੂੰ। ਨਵਜੋਤ ਸਿੰਘ ਸਿੱਧੂ ਟਵੀਟ ਕਰ ਰਹੇ ਨੇ। ਸੁਰਜੀਤ ਧਮਾਨ ਨੇ ਅਹਿਮਦਗੜ੍ਹ ਦੇ ਐਮਐਲਏ ਨੇ ਉਹ ਵੀ ਖੁੱਲ੍ਹ ਕੇ ਬਾਹਰ ਆ ਗਏ। ਪ੍ਰਗਟ ਸਿੰਘ ਨੇ ਖੁੱਲ੍ਹ ਕੇ ਕਿੰਨੀਆਂ ਗੱਲਾਂ ਚੱਕਤੀਆਂ। ਚਰਨਜੀਤ ਚੰਨੀ ਹੈ, ਇਹ ਸਾਰੇ ਲੀਡਰਾਂ ਨੇ ਕਈ ਮਸਲੇ ਨੇ ਜਿਨ੍ਹਾਂ ਦੇ ਉੱਤੇ ਆਪਣੀ ਗੱਲ ਉਭਾਰੀ ਹੈ। ਔਰ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੂੰ ਕਿ ਮੰਤਰੀ ਮੰਡਲ ਤੋਂ ਵਿਹਲੇ ਕੀਤਾ ਸੀ ਕੈਪਟਨ ਅਮਰਿੰਦਰ ਨੇ, ਜਦੋਂ ਸੁਖਪਾਲ ਖਹਿਰੇ ਉਹਨਾਂ ਨੇ ਇਹਨਾਂ ਤੇ ਇਲਜ਼ਾਮ ਲਾਏ ਸੀ ਮਾਈਨਿੰਗ ਵਾਲੇ ਮਾਮਲੇ 'ਚ, ਔਰ ਉਸ ਤੋਂ ਬਾਅਦ ਇਹ ਗੱਲਾਂ ਚੱਲੀਆਂ ਸੀ ਕਿ ਦੁਬਾਰਾ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ, ਪਰ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ। 18ਵਾਂ ਮੰਤਰਾਲਾ ਖਾਲੀ ਰਿਹਾ। ਨਾ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਤੇ ਉੱਥੇ ਮੰਤਰੀ ਬਣਾਇਆ ਗਿਆ, ਖਾਲੀ ਮਹਿਕਮੇ 'ਚ ਨਾ ਸਿੱਧੂ ਆਇਆ। ਸੋ ਰਾਣਾ ਗੁਰਜੀਤ ਹੋਣੇ ਵੀ ਹੁਣ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਬਿਆਨ ਵੱਖ-ਵੱਖ ਥਾਵਾਂ ਤੇ ਆ ਰਹੇ ਨੇ। ਹਾਲਾਂਕਿ ਉਹ ਪਹਿਲਾਂ ਵੀ ਬਿਆਨ ਦਿੰਦੇ ਰਹੇ ਨਿਰਪੱਖਤਾ ਦੇ ਨਾਲ ਕਿ ਸਾਨੂੰ ਬਹੁਤ ਜ਼ਿੰਮੇਵਾਰੀ ਦੇ ਨਾਲ ਕੰਮ ਕਰਨ ਦੀ ਲੋੜ ਹੈ ਸਰਕਾਰ ਨੂੰ, ਤਾਂ ਕਿ ਅਸੀਂ ਦੁਬਾਰਾ ਸੱਤਾ 'ਚ ਤਾਂ ਹੀ ਆ ਸਕਾਂਗੇ। ਹੁਣ ਰਾਣਾ ਗੁਰਜੀਤ ਉਹਨਾਂ ਨੇ ਨਸ਼ੇ ਤੇ ਵੀ ਇੱਕ ਟੀਵੀ ਨੂੰ ਇੰਟਰਵਿਊ ਦੇ ਰਹੇ ਸੀ। ਉਹ ਕਹਿੰਦੇ ਨਸ਼ਾ ਹਜੇ ਵੀ ਖਤਮ ਨਹੀਂ ਹੋਇਆ ਔਰ ਸਰਕਾਰ ਨੂੰ ਗੰਭੀਰ ਹੋਣ ਦੀ ਲੋੜ ਹੈ, ਅਫਸਰਸ਼ਾਹੀ ਤੇ ਨਕੇਲ ਕਸਣ ਦੀ ਲੋੜ ਹੈ। ਸੋ ਇੱਕ ਤਰੀਕੇ ਨਾਲ ਨਸ਼ੇ ਦੇ ਖਤਮ ਨਾ ਹੋਣ ਦੇ ਉੱਤੇ ਹਜੇ ਵੀ ਜਿਹੜੇ ਕਾਂਗਰਸੀ ਲੀਡਰ ਨੇ ਉਹ ਆਪਣੀ ਖੁੱਲ੍ਹ ਕੇ ਗੱਲ ਕਰ ਰਹੇ ਨੇ ਕਿ ਮੁਕੰਮਲ ਨਸ਼ਾ ਖਤਮ ਨਹੀਂ ਹੋਇਆ। ਉਹ ਠੀਕ ਹੈ ਗੱਲ, ਮੁਕੰਮਲ ਨਸ਼ਾ ਖਤਮ ਨਹੀਂ ਹੋਇਆ, ਇਸ ਪਾਸੇ ਹੋਰ ਜਿਹੜਾ ਹੈ ਉਹ ਕੰਮ ਕਰਨ ਦੀ ਲੋੜ ਹੈ ਸਰਕਾਰ ਨੂੰ। ਔਰ ਇੱਕ ਤਰੀਕੇ ਨਾਲ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਇਹਨਾਂ ਬਿਆਨਾਂ ਤੋਂ ਬਾਅਦ ਸਥਿਤੀਆਂ ਇਹ ਦੇਖੀਆਂ ਜਾ ਰਹੀਆਂ ਨੇ ਕਿ ਹੌਲੀ ਹੌਲੀ ਜਿਹੜੇ ਪੰਜਾਬ ਦੇ ਕਾਂਗਰਸ ਦੇ ਵਿਧਾਇਕ ਨੇ ਉਹ ਆਪਣੇ ਮੂੰਹੋਂ ਸੱਚ ਬੋਲਣ ਲੱਗ ਗਏ ਕਿ ਸਾਡੀ ਸਰਕਾਰ ਕਿੱਥੇ ਸਫਲ ਹੈ ਤੇ ਕਿੱਥੇ ਅਸਫਲ ਹੈ। ਔਰ ਇਹ ਬੜਾ ਚੰਗਾ ਹੈ ਅੱਜ ਦੇ ਸਮੇਂ 'ਚ ਜੇ ਸਾਡੀਆਂ ਸਰਕਾਰਾਂ ਮੰਨ ਜਾਣ ਕਿ ਅਸੀਂ ਇਹਨਾਂ ਖੇਤਰਾਂ 'ਚ ਕੰਮ ਕੀਤਾ ਤੇ ਇਹਨਾਂ ਖੇਤਰਾਂ 'ਚ ਕੰਮ ਨਹੀਂ ਕਰ ਸਕੇ। ਸੋ ਗਗਨ, ਇਹਦੇ ਨਾਲ ਸੂਬੇ ਦਾ ਬਹੁਤ ਭਲਾ ਹੋਊਗਾ ਆਉਣ ਵਾਲੇ ਸਮੇਂ 'ਚ। ਜੀ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਇਸ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ। ਤੇ ਹੁਣ ਵਧਾਂਗੇ ਕਿਸਾਨ ਅੰਦੋਲਨ ਦੇ ਵੱਲ। ਕਿਸਾਨ ਅੰਦੋਲਨ ਹੁਣ ਇੱਕ ਵਾਰ ਫਿਰ ਤੋਂ ਨਵੇਂ ਸਿਰਿਓਂ ਆਪਣੇ ਜੋਬਨ ਦੇ ਵੱਲ ਤੁਰਦਾ ਜਾ ਰਿਹਾ ਹੈ। ਜੀ ਹਾਂ, ਇੱਕ ਵੱਡੇ ਕਾਫਲੇ ਦੇ ਨਾਲ ਗੁਰਨਾਮ ਸਿੰਘ ਚੜੂਨੀ ਹਰਿਆਣਾ ਦੇ ਵਿੱਚੋਂ ਕਿਸਾਨ ਅੰਦੋਲਨ 'ਚ ਪਹੁੰਚੇ ਨੇ। ਦਿੱਲੀ ਦੀਆਂ ਵਰੂਹਾਂ ਦੇ ਉੱਤੇ ਬੈਠੇ ਕਿਸਾਨ ਅੰਦੋਲਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਣਾ ਵੱਡਾ ਕਾਫਲਾ ਲੈ ਕੇ ਪਹੁੰਚੇ ਗੁਰਨਾਮ ਸਿੰਘ ਚੜੂਨੀ। ਇਸ ਮੌਕੇ ਤੇ ਉਹਨਾਂ ਸਟੇਜ ਦੇ ਉੱਤੇ ਸੰਬੋਧਨ ਕੀਤਾ ਤੇ ਸਰਕਾਰ ਨੂੰ ਵੀ ਵੱਡੀਆਂ ਗੱਲਾਂ ਆਖ ਦਿੱਤੀਆਂ। ਇਸ ਮੌਕੇ ਦੇ ਉੱਤੇ ਇਕੱਠ ਤੁਸੀਂ ਜ਼ਰੂਰ ਵੇਖ ਸਕਦੇ ਹੋ। ਗੁਰਨਾਮ ਸਿੰਘ ਚੜੂਨੀ ਦੇ ਕਾਫਲੇ ਦੀਆਂ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ, ਇਹਨਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਤਸਵੀਰਾਂ 'ਚ ਇਸ ਕਾਫਲੇ ਦੀ ਅਗਵਾਈ ਮੋਟਰਸਾਈਕਲ ਕਰ ਰਹੇ ਨੇ। ਉਸ ਤੋਂ ਪਿੱਛੇ ਗੁਰਨਾਮ ਸਿੰਘ ਚੜੂਨੀ ਇੱਕ ਗੱਡੀ ਦੇ ਵਿੱਚ ਸਵਾਰ ਨੇ ਤੇ ਉਸ ਦੇ ਪਿੱਛੇ ਬਹੁਤ ਲੰਬਾ ਕਾਫਲਾ ਗੱਡੀਆਂ ਦਾ ਦੱਸਿਆ ਜਾ ਰਿਹਾ ਹੈ। ਇਹ ਕਾਫਲਾ ਤਕਰੀਬਨ 2 ਤੋਂ 3 ਕਿਲੋਮੀਟਰ ਲੰਬਾ ਕਾਫਲਾ ਦੱਸਿਆ ਜਾ ਰਿਹਾ ਹੈ ਜੋ ਗੁਰਨਾਮ ਸਿੰਘ ਚੜੂਨੀ ਦੇ ਨਾਲ ਬੀਤੇ ਦਿਨੀ ਸਿੰਘੂ ਬਾਰਡਰ ਦੇ ਉੱਤੇ ਪਹੁੰਚਿਆ। ਤੇ ਅਜਿਹੇ ਕਾਫਲੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਵੀ ਜਾਣ ਦਾ ਐਲਾਨ ਹੋਇਆ ਹੈ ਤੇ ਲਾਮਬੰਦੀਆਂ ਪੰਜਾਬ ਦੇ ਵਿੱਚ ਵੀ ਵੱਖੋ ਵੱਖਰੇ ਪੱਧਰ ਦੇ ਉੱਤੇ ਹੋ ਰਹੀਆਂ ਨੇ। ਇਸ ਤੋਂ ਇਹ ਸਾਫ਼ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਆਪਣੀ ਵੱਖਰੇ जोबन के उत्ते वेखण नूं मिलेगा। हाँ, लेटर लिखी। कोई गलबात की कोई आस है? नहीं, वे ये कह रहे थे पिछले 4 महीने से कि प्रधानमंत्री एक कॉल की दूरी पे है जी। हमें फ़ोन नंबर तो 4 महीने से नहीं मिला। भाई हम चिट्ठी लिख दो, क्योंकि पहले
चिट्ठी पत्री का जमाना था, लेटर लिखते थे, उसका जवाब आ जाता था 7, 8, 10 दिन में। 4 महीने लेट क्यों हो गए आप? पहले क्यों ना पहले भी पता, उनके दरवाजे पे बैठे, उनके दरवाजे पे बैठे कि खोलते ही हम आप उनके बाहर बैठे दिल्ली के चारों तरफ। हाँ। और हमने बता दिया कि चिट्ठी लिख दी, हम बात करना चाहते हैं। अब हमें समाज, प्रेस, देश, दुनिया ये नहीं कहने की कि हम बात करना नहीं चाहते, हम बात करना चाहते हैं सरकार से। जहाँ से बात खत्म हुई वहाँ से ही बात की शुरुआत होगी। सरकार तो यही चाह रही, 13 तरह के एलिगेशन सरकार ने लगाए किसान जत्थेबंदी पे। ये 13वां एलिगेशन है, ये भी चल जाएगा, 4 दिन चल जाएगा खबरों में। बीमारी का इलाज हॉस्पिटल है और किसान आंदोलन का इलाज पार्लियामेंट है। दोनों के रास्ते अलग अलग जाते हैं। कोई अगर बीमार होगा तो वो हॉस्पिटल जाएगा और किसान पार्लियामेंट जाएगा। तो दोनों के रास्ते, उनके तो रास्ते भी एक नहीं है, दोनों के रास्ते अलग अलग हैं। उधर रुख करते हैं सुखवीर सिंह बादल ਦੇ ਵੱਲ। ਸੁਖਵੀਰ ਸਿੰਘ ਬਾਦਲ ਦੇ ਵੱਲੋਂ ਰੂਪਨਗਰ ਦੇ ਵਿੱਚ 9ਵੇਂ ਕੋਵਿਡ ਕੇਅਰ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ। इस मौके के उत्ते श्रोमणी गुरुद्वारा प्रबंधक कमेटी के प्रधान बीबी जगीर कौर भी हाजिर रहे ने ते इस मौके के उत्ते उन्होंने कैप्टन सरकार को अपने निशाने के उत्ते रखा। उन्होंने कहा कि कैप्टन सरकार कोरोना काल के दरमियान फेल हुई है तो इस दरमियान ना ही उन्होंने मंत्री ते विधायक ही बाहर नजर आए ने। इस करके पंजाब के लोगों को किसी होर दे सहारे छड्डिया पंजाब सरकार ने। मैं एक गल करना है, इस बीमारी ने एक बहुत बड़ी सानू चीज़ सिखा दी है कि पंजाब सूबा एक ऐसा सूबा आप कह दें बहुत इंफ्रास्ट्रक्चर डिवेलप है, सारा कुछ बहुत बढ़िया, खेती एक नंबर है, पर एक चीज़ की कमी, हेल्थ की बड़ी कमी है। सो आने वाली सरकार की 1 नंबर की प्रायोरिटी होगी जिहड़ा सरकारी हेल्थ सिस्टम है उन्होंने प्राइवेट तो भी वधिया करके देना। एंड कोई औखा नहीं, मैं तुहानूं अज वादा करदा करके दिखावांगे, पहले 2 साल की करके दिखावांगे। सारी कांग्रेस कुर्सी की लड़ाई लड़ रही है, कोरोना की लड़ाई नहीं लड़ रही। डॉक्टर चीमा साहब जी, सरदार दलजीत सिंह जी चीमा जिहड़े साडे मंत्री रहे हैं, मैनूं इस गल की बड़ी राहत मिली है। मैं इन्होंने बेनती की कि साडे कोल डॉक्टरां की घाट है, हुण असीं सेंटर खोलने साडे वास्ते औखे होणगे। कहण लगे चिंता ना करो, इन्होंने सारा प्रबंध, क्योंकि उस महकमे नाल संबंधित है, सारा ज्ञान है, सारा नॉलेज है। इन्होंने इन्नी उस दिन की मेहनत की कि एक डॉक्टर, नर्सिस, पैरामैडिकल स्टाफ इतों सारा इलाके विचों सहयोग लैके अज जिहड़े चले है, बहुत मेहनत करके साडा सहयोग दे रहे हैं। मैं समझदी साडा सब का काम है, साडी सब की ये ड्यूटी है कि असीं मानवता की सेवा में हर कोई व्यक्ति अगे आवे। ਤੇ ਉਧਰ ਸੁਖਵੀਰ ਬਾਦਲ ਦੀ ਇਸ ਗੱਲ ਦਾ ਜਵਾਬ ਰਾਜਕੁਮਾਰ ਵੇਰਕਾ ਨੇ ਦਿੱਤਾ। ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਲਗਾਤਾਰ ਸਾਡੀ ਸਰਕਾਰ ਦੇ ਵੱਲੋਂ ਕੰਮ ਵੀ ਕੀਤੇ ਜਾ ਰਹੇ ਨੇ ਤੇ ਕਰਦੇ ਵੀ ਰਹਾਂਗੇ। ਉਹਨਾਂ ਨੇ ਸੁਖਵੀਰ ਬਾਦਲ ਨੂੰ ਲੈ ਕੇ ਇੱਕ ਹੋਰ ਗੰਭੀਰ ਟਿੱਪਣੀ ਵੀ ਕਰ ਦਿੱਤੀ ਹੈ। ਕੀ ਕੁਝ ਰਾਜਕੁਮਾਰ ਵੇਰਕਾ ਕਹਿ ਰਹੇ ਨੇ, ਉਹ ਸੁਣਦੇ ਹਾਂ। ਬਈ ਸੁਖਬੀਰ ਬਾਦਲ ਉਹ ਆਪਣਾ ਪਿਛੋਕੜ ਭੁੱਲ ਗਿਆ ਇਸ ਗੱਲ ਵਾਸਤੇ ਕਿ ਉਹਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਥਾਣੇਦਾਰੀ ਸਿਸਟਮ, ਠੇਕੇਦਾਰੀ ਸਿਸਟਮ, ਜਥੇਦਾਰੀ ਸਿਸਟਮ ਇਹ ਸੁਖਬੀਰ ਬਾਦਲ ਦੀ ਦੇਣ ਆ। ਜਿਹੜੇ ਥਾਣੇ ਆ ਇਹ ਹਲਕਿਆਂ ਦੇ ਨਾਂ ਦੇ, ਜਥੇਦਾਰਾਂ ਦੇ ਨਾਂ ਦੇ ਕਿਹਨੇ ਕੀਤੇ ਔਰ ਪੁਲਿਸ ਨੂੰ ਗੁਲਾਮ ਕਿਹਨੇ ਬਣਾਇਆ ਸੀ? ਇਹ ਸੁਖਬੀਰ ਬਾਦਲ ਜੀ, ਇਹ ਤੁਹਾਡਾ ਟ੍ਰੈਂਡ ਹੋ ਸਕਦਾ ਹੈ। ਸਾਡਾ ਅਸੀਂ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਵਾਸਤੇ ਪੁਲਿਸ ਦੇ ਕੋਲ ਫ੍ਰੀ ਹੈਂਡ ਹੈ ਤੇ ਕੋਈ ਸਿਆਸੀ ਦਖਲ ਸਾਡਾ ਨਹੀਂ ਹੈ। ਦੂਸਰਾ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਐਮਐਲਏ ਘਰਾਂ 'ਚ ਬੈਠੇ ਹੈ, ਲੋਕਾਂ ਦੀ ਮਦਦ ਨਹੀਂ ਕਰ ਰਹੇ ਆ। ਮੈਂ ਰੋਜ਼ ਸੜਕਾਂ 'ਤੇ ਹੁੰਦਾ ਹੀ ਬਈ, ਸਾਡੇ ਸਾਰੇ ਸਾਥੀ ਸੜਕਾਂ 'ਤੇ ਹੁੰਦੇ ਆ। ਅਸੀਂ ਰੋਜ਼ ਜਿੰਨੇ ਵੀ ਮਰੀਜ਼ ਆਉਂਦੇ ਆ, ਅਸੀਂ ਹਰ ਮਰੀਜ਼ ਦੇ ਘਰ ਦੇ ਵਿੱਚ ਦਸਤਕ ਦੇ ਰਹੇ ਹਾਂ। ਤੇ ਹੁਣ ਰੁਕ ਕਰਦੇ ਹਾਂ ਵਿਕਰਮ ਮਜੀਠੀਆ ਦੇ ਵੱਲ। ਵਿਕਰਮ ਮਜੀਠੀਆ ਬੀਤੀ ਦਿਨੀ ਅੰਮ੍ਰਿਤਸਰ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਹੋਏ ਧਾਰਮਿਕ ਸਮਾਗਮ ਦੇ ਦਰਮਿਆਨ ਪਹੁੰਚੇ ਸੀ, ਜਿੱਥੇ ਉਹਨਾਂ ਵੱਡੀ ਗਿਣਤੀ ਦੇ ਵਿੱਚ ਆਪਣੇ ਸਮਰਥਕਾਂ ਦਾ ਇਕੱਠ ਰੱਖਿਆ। ਇਸ ਮੌਕੇ ਦੇ ਉੱਤੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਸ਼ਰੇਆਮ ਉੱਡਦੀਆਂ ਵਿਖਾਈ ਦਿੱਤੀਆਂ ਨੇ ਤੇ ਪ੍ਰਸ਼ਾਸਨ ਨੇ ਇਸ ਮੌਕੇ ਦੇ ਉੱਤੇ ਕਾਰਵਾਈ ਕਰਨ ਦੀ ਵੀ ਗੱਲ ਆਖੀ ਹੈ। ਪਰ ਵਿਕਰਮ ਮਜੀਠੀਆ ਸਿਆਸੀ ਟਿੱਪਣੀ ਬੜੀ ਗੰਭੀਰ ਇਸ ਮੌਕੇ ਦੇ ਉੱਤੇ ਕਰਕੇ ਗਏ ਨੇ। ਮਜੀਠੀਆ ਦਾ ਕਹਿਣਾ ਸੀ ਕਿ ਸਰਕਾਰ ਆਖਰੀ ਸਾਹਾਂ ਦੇ ਉੱਤੇ ਪੰਜਾਬ ਦੀ ਤੇ ਕਿਸੇ ਵੀ ਵਕਤ ਸਰਕਾਰ ਦੇ ਹਾਰਟ ਅਟੈਕ ਆ ਜਿਹੜਾ ਹੋ ਸਕਦਾ ਹੈ। ਪੰਜਾਬ ਦੀ ਸਰਕਾਰ ਕਿਸੇ ਵੀ ਵਕਤ ਜਿਹੜੀ ਫੇਲ ਹੋ ਸਕਦੀ ਹੈ। ਕਿ ਕੁਝ ਵਿਕਰਮ ਮਜੀਠੀਆ ਨੇ ਇਹ ਟਿੱਪਣੀ ਦੇ ਵਿੱਚ ਕਿਹਾ, ਉਹ ਸੁਣਦੇ ਹਾਂ। ਇਹ ਕਾਂਗਰਸ ਦੀ ਅੰਦਰੂਨੀ ਜੰਗ ਜਿੰਨੀ ਚੱਲ ਰਹੀ ਹੈ, ਜਿੰਨੇ ਵਜ਼ੀਰ ਨੇ, ਜਿੰਨੇ ਟਵਿੱਟਰ ਵਾਲੇ ਲੀਡਰ ਨੇ, ਇਹਨਾਂ ਨੇ ਇੱਕ ਵਾਰੀ ਵੀ ਕਰੋਨਾ ਦੀ ਗੱਲ ਕੀਤੀ
ਕਿਸੇ ਨੂੰ ਆਕਸੀਜਨ ਨਹੀਂ ਮਿਲ ਰਿਹਾ ਉਹਦੀ ਗੱਲ ਕੀਤੀ, ਕਿਸੇ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਡਕੈਤੀਆਂ ਵੱਜ ਰਹੀਆਂ ਨੇ, ਐਕਸਟੋਰਸ਼ਨ ਚੱਲ ਰਿਹਾ ਕਈਆਂ ਥਾਵਾਂ ਤੇ, ਉਹਨਾਂ ਦੀ ਗੱਲ ਕੀਤੀ। ਇਹ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਹਨਾਂ ਨੂੰ ਕਰੋਨਾ ਦੀ ਜਿਹੜੀ ਪੰਜਾਬ 'ਚ 13,000 ਮੌਤਾਂ ਹੋ ਗਈਆਂ ਉਹਦਾ ਕੋਈ ਫਿਕਰ ਨਹੀਂ, ਉਹਨਾਂ ਨੂੰ ਲੋਕਾਂ ਦੇ ਦੁੱਖ ਦਰਦ ਦਾ ਕੋਈ ਫਿਕਰ ਨਹੀਂ। ਉਹਨਾਂ ਨੂੰ ਇਕੱਲਾ ਇਹ ਹੈ ਕਿ ਸਾਨੂੰ ਕਿਵੇਂ ਨਾ ਕਿਵੇਂ ਕੁਰਸੀ ਮਿਲ ਜੇ। ਲੋਕ ਦੇਖ ਰਹੇ ਹੈ, ਸਪਸ਼ਟ ਹੋ ਰਹੀ ਹੈ, ਸਰਕਾਰ ਦੀ ਫੇਲੀਅਰ ਸਾਹਮਣੇ ਆ ਰਹੀ ਹੈ ਔਰ ਲੋਕ ਇਸ ਗੱਲ ਤੋਂ ਬੜੇ ਦੁਖੀ ਨੇ। ਤੁਹਾਨੂੰ ਲੱਗਦਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਕਾਂਗਰਸ ਹਾਈ ਕਮਾਂਡ ਪੰਜਾਬ 'ਚ ਚਰਚਾ ਨਹੀਂ ਰਿਪਲੇਸ ਕਰ ਸਕਦੀ? ਭਰਾਵਾ, ਲੋਕਾਂ ਦੇ ਲਈ ਤਾਂ ਚਲੋ ਆਕਸੀਜਨ ਮੁੱਕ ਗਈ ਸੀ, ਲੋਕ ਤਾਂ ਫਿਰ ਗੁਰੂ ਦੀ ਕਿਰਪਾ ਨਾਲ ਬਚ ਪੁੱਜ ਗਏ। ਇਹਨਾਂ ਦੀ ਵੀ ਕਾਂਗਰਸ ਸਰਕਾਰ ਦੀ ਵੀ ਆਕਸੀਜਨ ਮੁੱਕੀ ਸਮਝੋ। ਇਹਨਾਂ ਨੂੰ ਹਾਈ ਕਮਾਂਡ ਕੀ, ਵੱਡੇ ਤੋਂ ਵੱਡਾ ਕਮਾਂਡ ਵੀ ਨਹੀਂ ਹੁਣ ਬਚਾ ਸਕਦਾ। ਇਹ ਸਵੇਰੇ ਪਰਸੋਂ ਚੌਥੀ ਖਬਰ ਲੱਗੂਗੀ ਕਿ ਚੜ੍ਹ ਗਈ ਸਰਕਾਰ। ਉਧਰ ਦਿੱਲੀ ਦੇ ਵਿੱਚ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਹਾਈ ਲੈਵਲ ਬੈਠਕ ਹੋਈ ਹੈ। ਇਸ ਬੈਠਕ ਦੇ ਵਿੱਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਮੌਜੂਦ ਰਹੇ ਨੇ ਤੇ ਨਾਲ ਹੀ ਹੋਰ ਕਈ ਵੱਡੇ ਮੰਤਰੀ ਮੌਜੂਦ ਰਹੇ ਇਸ ਬੈਠਕ ਦੇ ਵਿੱਚ। ਤੇ ਖਾਸ ਤੌਰ ਦੇ ਉੱਤੇ ਪੂਰੇ ਭਾਰਤ ਦੇ ਸਿੱਖਿਆ ਮੰਤਰੀ, ਹਰ ਇੱਕ ਸੂਬੇ ਦੇ ਸਿੱਖਿਆ ਮੰਤਰੀ ਇਸ ਬੈਠਕ ਦੇ ਵਿੱਚ ਹਾਜ਼ਰ ਰਹੇ ਨੇ, ਜਿਨ੍ਹਾਂ ਦੇ ਵੱਲੋਂ ਚਰਚਾ ਹੋਈ ਹੈ ਕਿ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਹੋਣੀਆਂ ਚਾਹੀਦੀਆਂ ਨੇ ਜਾਂ ਨਹੀਂ। ਇਸ ਦਰਮਿਆਨ ਇਹ ਫੈਸਲਾ ਹੋ ਸਕਦਾ ਹੈ ਕਿ ਇਸ ਦੇ ਉੱਤੇ ਮੋਹਰ ਲੱਗ ਜਾਵੇ ਕਿ ਜੂਨ ਮਹੀਨੇ ਦੇ ਆਖਰਲੇ ਹਫ਼ਤੇ ਦੇ ਵਿੱਚ ਇਸ ਸਬੰਧ ਦੇ ਵਿੱਚ ਪ੍ਰੀਖਿਆਵਾਂ ਲਈਆਂ ਜਾ ਸਕਦੀਆਂ ਨੇ। ਪਰ ਦਿੱਲੀ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਹਾਮੀ ਨਹੀਂ ਭਰੀ ਗਈ ਹੈ ਫਿਲਹਾਲ ਦੇ ਲਈ, ਕਿਉਂਕਿ ਉੱਥੇ ਕਰੋਨਾ ਕੇਸਾਂ ਦੇ ਵਿੱਚ ਹਜੇ ਉਸ ਪੱਧਰ ਦੇ ਉੱਤੇ ਗਿਰਾਵਟ ਨਹੀਂ ਵੇਖੀ ਗਈ ਜਿਸ ਦੇ ਨਾਲ ਆਮ ਦਿਨਾਂ ਦੇ ਵਾਂਗ ਜਿਹੜੀ ਪ੍ਰੀਖਿਆਵਾਂ ਨੇ ਹੋ ਸਕਣ। ਇਸ ਕਰਕੇ ਇਹ ਹੈ ਕਿ CBSE ਦੇ ਵੱਲੋਂ ਜ਼ਰੂਰ ਇਸ ਮੌਕੇ ਦੇ ਉੱਤੇ ਕਿਹਾ ਗਿਆ ਹੈ ਕਿ ਪ੍ਰੀਖਿਆਵਾਂ ਲਈਆਂ ਜਾ ਸਕਦੀਆਂ ਨੇ। ਸੋ ਜੂਨ ਮਹੀਨੇ ਦੇ ਅਖੀਰਲੇ ਹਫ਼ਤੇ ਦੇ ਵਿੱਚ 12ਵੀਂ ਦੀਆਂ ਪ੍ਰੀਖਿਆਵਾਂ ਹੋ ਸਕਦੀਆਂ ਨੇ। ਇਸ ਦੇ ਉੱਤੇ ਸਿੱਧਾ ਰੁਖ ਕਰਦੇ ਹਾਂ ਸੁਰਿੰਦਰ ਡੱਲਾ ਹੋਣਾ ਦੇ ਵੱਲ। ਡੱਲਾ ਸਾਹਿਬ, ਪ੍ਰੀਖਿਆਵਾਂ ਨੂੰ ਲੈ ਕੇ ਕੀ ਜਿਹੜੀ ਖਾਸ ਅਪਡੇਟ ਦਿੱਲੀ ਵਾਲੇ ਪੱਖ ਤੋਂ ਆ ਰਹੀ ਹੈ? ਦੇਖੋ, ਬਹੁਤ ਵੱਡੀ ਮੀਟਿੰਗ ਹੈ ਜਿਹੜੀ ਉਹ ਕੱਲ ਹੋਈ ਹੈ। ਰਾਜਨਾਥ ਸਿੰਘ ਵੀ ਸੀ ਉਹ 'ਚ, ਕਈ ਸੂਬਿਆਂ ਦੇ, ਸਾਰੇ ਲਗਭਗ ਸੂਬਿਆਂ ਦੇ ਮੁੱਖ ਮੰਤਰੀ ਉਹਦੇ 'ਚ ਕਿਤੇ ਨਾ ਕਿਤੇ ਪਾਰਟਿਸਿਪੇਟ ਹੋਏ ਨੇ ਔਰ ਦਿੱਲੀ ਨੂੰ ਛੱਡ ਕੇ ਲਗਭਗ ਸਾਰੇ ਸੂਬੇ ਤਿਆਰ ਨੇ ਕਿ 10+2 ਦੀਆਂ, CBSE ਦੀਆਂ ਔਰ ਦੂਸਰੇ ਬੋਰਡਾਂ ਦੀਆਂ ਜਿਹੜੀਆਂ ਪ੍ਰੀਖਿਆਵਾਂ ਨੇ ਉਹ ਹੋ ਜਾਣੀਆਂ ਚਾਹੀਦੀਆਂ ਨੇ। ਸੋ ਹੁਣ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਸੂਬੇ ਤਾਂ ਇਹ ਵੀ ਕਹਿ ਰਹੇ ਨੇ ਕਿ ਜੂਨ ਦੇ ਅਖੀਰ ਦੇ ਵਿੱਚ ਵੀ ਉਹ ਜਿਹੜੇ ਇਮਤਿਹਾਨ ਨੇ ਕਰਾ ਲਏ ਜਾਣ ਤੇ ਕੋਈ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਹੁਣ ਸਥਿਤੀਆਂ ਦੇਸ਼ ਦੇ ਵਿੱਚ ਕੋਵਿਡ ਦੇ ਕੇਸ ਘਟ ਰਹੇ ਨੇ। ਹਾਲਾਂਕਿ ਉੱਤਰ ਭਾਰਤ 'ਚ ਜ਼ਿਆਦਾ ਘਟ ਰਹੇ ਨੇ, ਕਈ ਹਿੱਸੇ ਨੇ ਜਿੱਥੇ ਲਗਾਤਾਰ ਆ ਰਹੇ ਨੇ, ਪੱਛਮੀ ਬੰਗਾਲ ਹੈ, ਤਾਮਿਲਨਾਡੂ ਹੈ, ਕਰਨਾਟਕ ਹੈ, ਕੇਰਲਾ, ਉਧਰ ਹਜੇ ਸਥਿਤੀਆਂ ਜਿਹੜੀਆਂ ਨੇ ਚਿੰਤਾਜਨਕ ਬਣੀਆਂ ਹੋਈਆਂ ਨੇ। ਉਂਝ ਤਾਂ ਕੋਵਿਡ ਦਾ ਇੱਕ ਮਰੀਜ਼ ਜਦ ਤੱਕ ਹੈ ਸਥਿਤੀ ਚਿੰਤਾਜਨਕ ਹੈ, ਪਰ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਲੱਗਦਾ ਸਾਰਿਆਂ ਨੂੰ, ਸੂਬੇ ਦੇ ਮੰਤਰੀਆਂ ਨੂੰ, ਕਿ ਜੇ ਜੂਨ ਦੇ ਅਖੀਰ ਤੱਕ ਵੀ ਪ੍ਰੀਖਿਆਵਾਂ ਕਰਾ ਲਈਆਂ ਜਾਣ ਤੇ ਉਹਦੇ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਏਗਾ ਔਰ ਕੋਵਿਡ ਦੇ ਨਿਯਮਾਂ ਦੀ ਜਿਹੜੀ ਪਾਲਣਾ ਹੈ ਉਹ ਪਾਲਣਾ ਕਿਵੇਂ ਹੋਣੀ ਹੈ, ਕਿਵੇਂ ਪ੍ਰੈਪਰੇਸ਼ਨਸ ਹੋਣੀਆਂ ਨੇ, ਕੀ ਵਿਉਂਤਬੰਦੀ ਹੋਣੀ ਹੈ, ਇਮਤਿਹਾਨ ਦਾ ਸਵਰੂਪ ਕੀ ਹੋਊਗਾ, ਕਿਹੜੀ ਜਗ੍ਹਾ ਇਮਤਿਹਾਨ ਲਏ ਜਾਣਗੇ, ਇਹ ਸਾਰੇ ਕਿਸੇ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਚਰਚਾਵਾਂ ਹੋਣਗੀਆਂ ਤੇ ਗੱਲ ਖੁੱਲ੍ਹ ਕੇ ਬਾਹਰ ਆਊਗੀ। ਪਰ ਜਿਹੜੇ ਵਿਦਿਆਰਥੀ ਨੇ 10+2 ਵਾਲੇ, ਖਾਸ ਤੌਰ ਤੇ CBSE ਵਾਲੇ ਔਰ ਦੂਸਰੇ, ਉਹ ਸਾਰੇ ਆਪਣੇ ਇਮਤਿਹਾਨ, ਆਪਣੀ ਪੜ੍ਹਾਈ ਜਾਰੀ ਰੱਖਣ ਤਾਂ ਕਿ ਕਿਸੇ ਤਰ੍ਹਾਂ ਦੀ ਉਹਨਾਂ ਦੀ ਪੜ੍ਹਾਈ ਦੀ ਲਹਿ 'ਚ ਕਮੀ ਨਾ ਆਵੇ। ਤੇ ਹੁਣ ਰੁਕ ਕਰਦੇ ਹਾਂ ਪੰਜਾਬ ਦੇ ਅਬੋਹਰ ਦੇ ਵੱਲ। ਅਬੋਹਰ ਦੇ ਪਿੰਡਾਂ ਦੇ ਵਿੱਚ ਆਪੋ ਆਪਣੇ ਤੌਰ ਦੇ ਉੱਤੇ ਜਾਗਰੂਕਤਾ ਵਧਾਈ ਜਾ ਰਹੀ ਹੈ। ਪਿੰਡਾਂ ਦੇ ਵਿੱਚ ਠੀਕਰੀ ਪਹਿਰੇ ਲਗਾਏ ਜਾ ਰਹੇ ਨੇ। ਪਿੰਡ ਦੇ ਵਿੱਚ ਬਿਨਾਂ ਟੈਂਪਰੇਚਰ ਚੈੱਕ ਕੀਤੇ ਅਤੇ ਬਿਨਾਂ ਕੋਵਿਡ ਟੈਸਟ ਰਿਪੋਰਟ ਤੋਂ ਤੁਹਾਨੂੰ ਦਾਖਲ ਨਹੀਂ ਹੋਣ ਦਿੱਤਾ ਜਾਏਗਾ। ਜੀ ਹਾਂ, ਪਿੰਡਾਂ ਨੇ ਆਪਣੇ ਪੱਧਰ ਦੇ ਉੱਤੇ ਪਹਿਰੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਤਾਂ ਜੋ ਪਿੰਡ ਦੇ ਵਿੱਚ ਲੋਕਾਂ ਨੂੰ ਕਿਸ ਕਰੋਨਾ ਮਹਾਮਾਰੀ ਦੀ ਤੀਜੀ ਵੇਗ ਤੋਂ ਬਚਾਇਆ ਜਾ ਸਕੇ ਅਤੇ ਹਰ ਤਰ੍ਹਾਂ ਦੇ ਪ੍ਰਬੰਧ ਪਿੰਡ ਦੇ ਵਿੱਚ ਕੀਤੇ ਜਾ ਰਹੇ ਨੇ। ਇਹ ਤਸਵੀਰਾਂ ਵਿਖਾ ਰਹੇ ਹਾਂ ਅਬੋਹਰ ਦੇ ਪਿੰਡ ਦੀ। ਅਸੀਂ ਪਿੰਡ ਜੰਡਵਾਲਾ ਨਮੰਤਾ ਵਿੱਚ ਪੰਜਾਬ ਪੁਲਿਸ ਵਲੰਟੀਅਰ ਜਿਹੜੇ ਪਿਛਲੇ 15 ਮਹੀਨੇ ਤੋਂ ਕੰਮ ਕਰ ਰਹੇ ਹਾਂ ਤੇ ਪੰਚਾਇਤ ਦੀ ਸਹਿਮਤੀ ਨਾਲ ਜਿਹੜਾ ਅੱਜ ਅਸੀਂ ਸਾਡੇ ਪਿੰਡ ਵਿੱਚ ਕੰਟੇਨਮੈਂਟ ਜਿਹੜਾ ਘੋਸ਼ਿਤ ਕਰ ਦਿੱਤਾ ਗਿਆ ਹੈ ਤੇ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਕੇਸ ਆ ਚੁੱਕੇ ਆ ਤੇ ਮੈਂ ਪਿੰਡ ਵਾਸੀਆਂ ਨੂੰ ਤੇ ਪੂਰੀ ਜਿੰਨੇ ਵੀ ਬਾਹਰੋਂ ਲੋਕ ਆ ਰਹੇ ਆ, ਅਸੀਂ ਬੇਨਤੀ ਕਰਦੇ ਹਾਂ ਵੀ ਸੈਨੀਟਾਈਜ਼ਰ ਦੀ ਵਰਤੋਂ ਕਰੋ, ਘੱਟ ਤੋਂ ਘੱਟ ਬਾਹਰ ਨਿਕਲੋ। ਇਹ ਬਿਮਾਰੀ ਬਹੁਤ ਖਤਰਨਾਕ ਆ। ਜਿਹੜੇ ਸਾਨੂੰ ਪ੍ਰਸ਼ਾਸਨ ਨੇ ਹਦਾਇਤਾਂ ਦਿੱਤੀਆਂ, ਸਤਿਕਾਰ ਤੇ ਮਾਨਯੋਗ ਕੈਪਟਨ ਸਾਹਿਬ ਤੇ ਸਤਿਕਾਰ ਤੇ ਮਾਨਯੋਗ SSP ਸਾਹਿਬ, DSP ਹੋਰ SHO ਖੂਹੀਆਂ ਸਰਵਰ ਵੱਲੋਂ ਪੂਰੇ ਪਿੰਡ ਦੀ ਪੰਚਾਇਤ ਨੂੰ ਤੇ ਪੂਰੇ ਪਿੰਡ ਦੇ ਸਹਿਯੋਗ ਨਾਲ ਜਿਹੜਾ ਠੀਕਰੀ ਪਹਿਰਾ ਲਾਇਆ ਹੋਇਆ ਸਾਡਾ। ਤੇ ਉਧਰ ਕਿਸਾਨ ਆਗੂ ਉਗਰਾਹਾਂ ਦੇ ਵੱਲੋਂ ਬੀਤੇ ਦਿਨ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਦੇ ਵੱਲੋਂ 3 ਦਿਨਾਂ ਪਟਿਆਲੇ ਦੇ ਵਿੱਚ ਧਰਨਾ ਦਿੱਤਾ ਜਾਣਾ ਤੇ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦਾ ਘਿਰਾਓ ਕੀਤਾ ਜਾਣਾ ਹੈ।
इस मौके के उत्ते हुण पंजाब के मुख मंत्री ने अपील की है कि किसान 3 दिनां धरना ना देण हले, क्योंकि पंजाब दे विच कोरोना महामारी इस दे नाल फैल सकती है। इस करके पंजाब फिलहाल बाकी सूबियां दे नालों बचिया होया है ते अपील है कि किसानां नूं ओह पटियाला दे विच जिहड़ा धरना ना देण, इस नूं रोकण दी भी जिहड़ी अपील कीती है। की कुछ इस पूरी खबर दे उत्ते विस्तार दे नाल जाणदे हां डला साहब तो। डला साहब, की कुछ जिहड़ा खास इस अपील दे विच पंजाब दे मुख मंत्री ने कहा है? देखो, जी किसान जथेबंदी है उगराहां, उन्होंने वालों कैप्टन अमरिंदर सिंह के शहर पटियाला धरना मारन का जिहड़ा ऐलान किया गया सी, उस तो बाद कैप्टन अमरिंदर सिंह ने अज सरकारी तौर के उत्ते एक बयान जारी किया, प्रैस नोट जारी किया बकायदा पब्लिक रिलेशन महकमे वालों कैप्टन अमरिंदर के हवाले दे नाल, और उहदे विच कहा गया है कि किसान इस वेले धरना ना करन क्योंकि देश च कोविड की स्थिति है, पंजाब च कोविड की स्थिति है। हालांकि कई किसान जथेबंदियां पंजाब सरकार के कोविड नाल नजिठण के ढंग के उत्ते भी सवाल खड़े कर रही ने, पर मैनूं ये लगता है कि देश के बाकी सूबियां नालों, खास तौर पर दिल्ली नालों, पंजाब हरियाणे नालों भी, दिल्ली हरियाणा यूपी नालों पंजाब की सरकार कैप्टन अमरिंदर की सरकार कोविड नूं उन्हां दे मुकाबले चंगे तरीके नाल नजिठण च कामयाब हुई है। पंजाब के अफसरां ने भी मेहनत की है, साडे डॉक्टर, नर्सिज, इंजीनियर, जिहड़े वख-वख महकमिਆਂ ਦੇ लोग ने, उन्हां सारिਆਂ ने काफ़ी मदद की है। और पंजाब च ऑक्सीजन का संकट भी नहीं पिया, और पंजाब च देखो केस भी घट रहे हैं साडे काफ़ी ज़्यादा। सो कल भी 5000 के आस पास जिहड़े केस आए ने, 5000 कुछ आए ने, जबकि इस तो कुछ दिन पहला तक जिहड़ा आंकड़ा है 9000 पार हो गया सी। सो स्थितियां पंजाब च चंगे तरीके नाल कंट्रोल हुई ने। कैप्टन अमरिंदर कहंदे भी असीं किसानां दे नाल खड़े हाँ, किसानां दे अंदोलन च पंजाब सरकार भी और कांग्रेस पार्टी भी। इस करके कैप्टन अमरिंदर ने अपील की है इस जथेबंदी नूं कि तुसीं मुलतवी करो अपने प्रोग्राम, क्योंकि ये वेला सानूं मिल जुल के कोविड के नाल लड़न लई है। और अगर पंजाब क्योंकि कोविड तो है ही है, अगर किसान पंजाब कोई संगठित अंदोलन करनगे तो उहदे नाल नुकसान है जिहड़ा किसानां नूं भी और समाज नूं हो सकदा। देखो 26 वाला सिर्फ एक दिन का प्रोग्राम है, वो संयुक्त मोर्चे वालों जिहड़ा प्रोग्राम दिता है ब्लैक डे मनाउण दा, मैं व्याख्या कर चुकिया उहदी। जिहड़ा हैगा वा 28, 29, 30 का वो पंजाब दे विच है, वो साडी कल्ली जथेबंदी का प्रोग्राम है। वो सुखदेव ने दस्सिया तुहानूं, वो पटियाले दे विच है। वो स्टेट गौरमेंट ने करोना के संबंध दे विच की करना चाहिए सी ते की उहने कीता है, वो सारे उस रोस दे वजों वो प्रोग्राम रखे। और बिल्कुल मैनूं लगदा है भी सब तो पहली यह जथेबंदी है पंजाब दे विच जिन्हें करोना नूं मन के पिछले साल 2020 मार्च दे विच असी नहीं 21 पिछले साल 20 मार्च 23 मार्च नूं मतलब असी ने सारी जिहड़ी अप टू 50 एज दे बंदे सी सारे एकांतवास करते सी, सारी सूबा लीडरशिप। असी लगभग अगस्त 30 तक लॉकडाउन रहे आप, असी कोई काम नहीं किया। असी सितंबर दे विच जदों ये काले कानून आ गए उदों पिछों फिर साडी सारी टीम एक्टिव हुई है, इहदी ना परवाह करदे होए। देखो अज दी घड़ी जिहड़ी अज दी घड़ी हुण दी हालत जिहड़ी बनी हुई है, हुण दी हालत ये बनी हुई है भी अगला एक्शन प्रोग्राम तो देण तो पहला साडे वास्ते ये हालत नूं सामना बहुत जरूरी बनया वा। इस करके जिहड़े प्रोग्राम हुणे असीं अगला मिशन सी साडा यूपी का, यूपी उत्तराखंड दे विच वड्डियां रैलियां करन दा साडा बनया होया प्रोग्राम, वो सीगा साडा संसद मार्च वाला भी साडा सीगा, असीं वो मुलतवी कीता, कैंसल नहीं कीता। पर जिहड़े भी प्रोग्राम अगले देने ने एक्शन प्रोग्राम वो ये करोना करके अजे डिले हो रहे है, साडे वास्ते मुख्य बन गया हुण इहनूं साਂਭਣ दा ते मोर्चे दे विच गिणती मेनटेन रखण दा ते उहनूं सेफ रखण, ये साडे वास्ते मुख्य काम निकलिया। देखो नाल तुसीं सुणिया नहीं होना किसी दबाव हेठ असीं कदे मार्च, हुण भी तुहानूं कहने आ भी किसी दे दबाव हेठ असीं किसी पासे मार्च नहीं करांगे। साडी जथेबंदी का फैसला स्टेज तो भी मैं कहा, मैं मीटिंग दे विच भी कहा भी किसी दबाव हेठ आके कोई कहे भी तुसीं मार्च करो, असीं नहीं करांगे। असीं जदों साडी राय बन गई जथेबंदियां दी उदों असीं मार्च करांगे। साडी जथेबंदी दी अंदरली पोजीशनस पंजाब इस वेले रोक हुण दे खास ते ताज़ा सियासी अपडेट के बाद कैप्टन अमरिंदर सिंह की सरकार जद तो ही पंजाब च बनी आ, पंजाब की इकोनॉमी भी तबाह करी, पंजाब का व्यापारी भी तबाह होया और पंजाब के नौजवान नूं रोजगार भी नहीं मिलिया जिहड़े वादे करके ये सरकार बनी सीगी। श्रोमणी अकाली दल की सरकार समय
ਪੰਜਾਬ ਦੇ ਅੰਦਰ ਇਨਫਰਾਸਟ੍ਰਕਚਰ ਕ੍ਰੀਏਟ ਕਰਕੇ, ਸਿੰਗਲ ਵਿੰਡੋ ਸਿਸਟਮ ਕ੍ਰੀਏਟ ਕਰਕੇ ਔਰ 5 ਰੁਪਏ ਯੂਨਿਟ ਵਪਾਰੀਆਂ ਨੂੰ ਬਿਜਲੀ ਦੇ ਕੇ ਪੰਜਾਬ ਦੇ ਅੰਦਰ ਇਨਵੈਸਟਮੈਂਟ ਦਾ ਮਾਹੌਲ ਬਣਾਇਆ ਸੀਗਾ। ਔਰ ਇਨਵੈਸਟ ਪੰਜਾਬ ਜਿਹੜਾ ਡਿਪਾਰਟਮੈਂਟ ਬਣਾਇਆ ਸੀਗਾ, ਜਿਸ ਤੇ 45 ਦਿਨ ਦੇ ਅੰਦਰ ਅੰਦਰ ਅਪਰੂਵਲ ਮਿਲ ਜਾਂਦੀ ਸੀਗੀ। ਅੱਜ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈਗਾ, ਅੱਜ ਇੱਕ ਵਪਾਰੀ ਦੀ ਲੁਧਿਆਣੇ ਤੋਂ ਜਿਹੜੀ ਸਟੇਟਮੈਂਟ ਆਈ ਆ ਕਿ ਮੈਂ ਪਿਛਲੇ 2 ਸਾਲਾਂ ਤੋਂ ਦਫ਼ਤਰਾਂ 'ਚ ਚਾਹ ਪੀ ਕੇ ਆ ਜਾਂਦਾ, ਮੇਰਾ ਪ੍ਰੋਜੈਕਟ ਜਿਹੜਾ ਅਪਰੂਵ ਨਹੀਂ ਹੋਇਆ। ਸੋ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪਿਛਲੇ 5 ਸਾਲਾਂ 'ਚ ਇੱਕ ਵੀ ਚੰਗਾ ਪ੍ਰੋਜੈਕਟ ਕੋਈ ਸਰਕਾਰ ਨੇ ਅਪਰੂਵ ਨਹੀਂ ਕੀਤਾ। ਜਿਸ ਇਨਵੈਸਟ ਪੰਜਾਬ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿਜ਼ਨ ਸਦਕਾ ਸਿੰਗਲ ਮੈਨ ਸਿਸਟਮ ਆਪਾਂ ਬਣਾਇਆ ਸੀਗਾ, 45 ਦਿਨ ਦੇ ਅੰਦਰ ਅੰਦਰ ਅਪਰੂਵਲ ਮਿਲ ਜਾਂਦੀ ਸੀਗੀ। ਅੱਜ ਉਹ ਇਨਵੈਸਟਰ ਧੱਕੇ ਖਾਣ ਵਾਸਤੇ, ਕਰਪਸ਼ਨ ਦੇਣ ਵਾਸਤੇ ਤੇ ਬਿਨਾਂ ਇਨਵੈਸਟਮੈਂਟ ਤੋਂ ਪੰਜਾਬ ਜਿਹੜਾ ਰਿਹਾ, ਉਸ 'ਚ ਬਹੁਤ ਵੱਡਾ ਰੋਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਰਿਹਾ। ਅੱਜ ਵਪਾਰੀ ਨੂੰ 11-12 ਰੁਪਏ ਯੂਨਿਟ ਜਿਹੜੀ बिजली मिल रही है ना। 26 मई 2021 को हमारे देश के किसान को आंदोलन करते हुए 6 महीने पूरे हो जाएंगे। बीते 6 महीने से एक बड़ी ऐतिहासिक प्रोटेस्ट आंदोलन हमारे देश का किसान दिल्ली के बॉर्डरों पर बैठ के कर रहा है। मोदी सरकार के कानों तक अपनी आवाज पहुंचाने की कोशिश कर रहा है और 3 काले कानूनों को खारिज कराने के लिए इस आंदोलन को आगे बढ़ा रहा है। 26 मई 2021 को जब 6 महीने इस आंदोलन के पूरे हो जाएंगे तो संयुक्त किसान मोर्चा द्वारा देश भर में एक दिन का 26 मई को प्रोटेस्ट करने का एक ऐलान किया गया है। आम आदमी पार्टी और आम आदमी पार्टी के राष्ट्रीय संयोजक हमारे नेता आदरणीय अरविंद केजरीवाल जी संयुक्त किसान मोर्चा की इस अपील का पुरजोर समर्थन करते हैं और आम आदमी पार्टी इस एक दिन के नेशन वाइड प्रोटेस्ट को सपोर्ट करेगी। हम इस दुख की घड़ी में, इस चुनौती की घड़ी में, इस आंदोलन में देश के किसान के साथ खड़े हैं और केंद्र सरकार को जो कुंभकर्णीय नींद में है, जो सत्ता के नशे में चूर है, उसे कहना चाहते हैं कि ये 3 काले कानून वापस लेने के लिए और किसानों की सारी मांगे मानने के लिए इसी समय तुरंत किसानों के साथ डायलॉग यानी कि संवाद फिर से शुरू कीजिए। आम आदमी पार्टी 26 मई को संयुक्त किसान मोर्चा ने जो कॉल दी है प्रोटेस्ट की, उसे सपोर्ट करती है और अपना सपोर्ट एक्सटेंड करती है। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇਹਨਾਂ ਹੀ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।